Good morning everyone. I am Sharon. I welcome you all on the official channel of Erudition Studies. ਇਹ ਵਾਲਾ ਸੈਸ਼ਨ ਹੈ ਆਪਣਾ ਕਰੰਟ ਅਫੇਅਰ ਦਾ ਸੈਸ਼ਨ ਜਿਸ ਨੂੰ ਆਪਾਂ ਡੇਲੀ ਮਾਰਨਿੰਗ 7 AM ਕਰਦੇ ਹਾਂ ਓਕੇ। ਇਸ ਦੇ ਵਿੱਚ ਆਪਾਂ ਜਿੰਨੇ ਵੀ ਇੰਪੋਰਟੈਂਟ ਕਰੰਟ ਅਫੇਅਰਸ ਹੁੰਦੇ ਆ ਸਾਰੇ ਹੀ ਨਿਊਜ਼ਪੇਪਰਸ ਨੂੰ ਕਵਰ ਕਰਕੇ ਕਰਦੇ ਹਾਂ ਰਾਈਟ। ਔਰ ਜਿੰਨੇ ਵੀ ਤੁਹਾਨੂੰ ਕੁਐਸਚਨਸ ਕਰਵਾਏ ਜਾਂਦੇ ਆ ਉਹਨਾਂ ਦੇ ਨਾਲ ਰਿਲੇਟਡ ਕੁਝ ਵੀ ਐਕਸਟਰਾ ਫੈਕਟਸ ਹੁੰਦੇ ਆ ਉਹ ਸਾਰੇ ਹੀ ਤੁਹਾਨੂੰ ਡਿਸਕਸ ਕੀਤੇ ਜਾਂਦੇ ਆ ਸੋ ਦੈਟ ਕਿ ਐਗਜ਼ਾਮ ਦੇ ਵਿੱਚ ਡਾਇਰੈਕਟਲੀ ਔਰ ਇਨਡਾਇਰੈਕਟਲੀ ਕਿਸੇ ਵੀ ਤਰੀਕੇ ਦੇ ਨਾਲ ਉਹ ਕੁਐਸਚਨ ਪੁੱਛਿਆ ਜਾਏ ਤਾਂ ਤੁਸੀਂ ਉਹਨੂੰ ਈਜ਼ੀਲੀ ਆਨਸਰ ਕਰ ਪਾਓ ਰਾਈਟ। ਔਰ ਕੱਲ ਤੁਹਾਨੂੰ ਇੱਕ ਸੈਸ਼ਨ ਮਿਲਿਆ ਸੀ ਜਿਸ ਦੇ ਵਿੱਚ ਆਪਾਂ ਪਟਵਾਰੀ ਦਾ ਜੋ ਐਗਜ਼ਾਮ ਹੋਇਆ 8th ਨੂੰ ਉਹਦੇ ਵਿੱਚ ਜਿੰਨੇ ਵੀ ਕਰੰਟ ਅਫੇਅਰ ਦੇ ਕੁਐਸਚਨ ਆਏ ਆ ਨਾ ਉਹਨਾਂ ਦੀ ਸਿਰਫ ਆਨਸਰ ਕੀ ਹੀ ਨਹੀਂ ਦਿੱਤੀ ਉਸ ਦੇ ਨਾਲ ਨਾਲ ਆਪਾਂ ਉਹਦੀ ਡਿਟੇਲ ਦੇ ਵਿੱਚ ਐਨਾਲਿਸਿਸ ਕੀਤਾ ਸੀ ਲਾਈਕ ਉਹਦੇ ਨਾਲ ਰਿਲੇਟਡ ਜਿੰਨੇ ਵੀ ਐਕਸਟਰਾ ਫੈਕਟਸ ਹੈਗੇ ਆ ਉਹਨਾਂ ਕੁਐਸਚਨਸ ਨੂੰ ਵੀ ਆਪਾਂ ਇਸੇ ਤਰ੍ਹਾਂ ਡਿਸਕਸ ਕੀਤਾ ਜਿਸ ਤਰ੍ਹਾਂ ਆਪਾਂ ਡੇਲੀ ਦੇ ਕਰੰਟ ਅਫੇਅਰ ਨੂੰ ਡਿਸਕਸ ਕਰਦੇ ਆ ਰਾਈਟ। ਜਿਨ੍ਹਾਂ ਵੀ ਸਟੂਡੈਂਟਸ ਨੇ ਉਹ ਸੈਸ਼ਨ ਨਹੀਂ ਦੇਖਿਆ ਹੋਏਗਾ ਉਹਨਾਂ ਨੂੰ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਮਿਲ ਜਾਏਗਾ ਤਾਂ ਤੁਸੀਂ ਜ਼ਰੂਰ ਦੇਖ ਲੈਣਾ ਓਕੇ। ਐਂਡ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਆਪਾਂ ਜਿਹੜੇ ਮਾਰਨਿੰਗ ਦੇ ਜਿੰਨੇ ਵੀ ਸੈਸ਼ਨ ਕੀਤੇ ਹੈ ਅਗਰ ਕਿਸੇ ਵੀ ਸਟੂਡੈਂਟ ਨੇ ਇੱਕ ਵੀ ਸੈਸ਼ਨ ਮਿਸ ਨਹੀਂ ਕੀਤਾ ਹੋਏਗਾ ਔਰ ਸਿਰਫ ਮਿਸ ਕਰਨ ਦੀ ਗੱਲ ਨਹੀਂ ਹੈ ਬਹੁਤ ਧਿਆਨ ਦੇ ਨਾਲ ਉਸ ਸੈਸ਼ਨ ਨੂੰ ਸਮਝਿਆ ਹੋਏਗਾ ਤਾਂ ਉਹਨਾਂ ਦੇ ਜੋ 11 ਕੁਐਸਚਨ ਹੈ ਨਾ ਆਊਟ ਆਫ 12 ਇਹ ਆਪਣੇ ਇੰਨੇ ਹੀ ਸੈਸ਼ਨਸ ਦੇ ਵਿੱਚੋਂ ਪੁੱਛੇ ਗਏ ਸੀ ਹੈ ਨਾ। ਤਾਂ ਇਸੇ ਲਈ ਮੈਂ ਤੁਹਾਨੂੰ ਕਹਿੰਦੀ ਹੁੰਦੀ ਹਾਂ ਕਿ ਜੋ ਕਰੰਟ ਅਫੇਅਰ ਹੈ ਨਾ ਬਹੁਤ ਹੀ ਇੰਪੋਰਟੈਂਟ ਪਾਰਟ ਹੁੰਦਾ ਹੈ ਐਗਜ਼ਾਮ ਦਾ ਇਸ ਲਈ ਤੁਸੀਂ ਇਹਨੂੰ ਡੇਲੀ ਹੀ ਅਟੈਂਡ ਕਰਨਾ ਹੈ ਔਰ ਆਪਣੇ ਹੱਥ ਦੇ ਨਾਲ ਨੋਟਸ ਬਣਾਉਣੇ ਹੈ ਸੋ ਦੈਟ ਕਿ ਤੁਹਾਨੂੰ ਜ਼ਿਆਦਾ ਦੇਰ ਤੱਕ ਉਹ ਚੀਜ਼ਾਂ ਜੋ ਹੈ ਉਹ ਗ੍ਰੈਪ ਰਹਿਣ ਓਕੇ। ਤਾਂ ਇਸ ਕਰਕੇ ਇਹਨਾਂ ਨੂੰ ਡੇਲੀ ਹੀ ਅਟੈਂਡ ਕਰਿਆ ਕਰੋ। ਹੁਣ ਤੁਹਾਡਾ ਸਬ ਇੰਸਪੈਕਟਰ ਦਾ ਵੀ ਐਗਜ਼ਾਮ ਆਉਣਾ ਹੈ ਉਸ ਦੇ ਲਈ ਮੈਂ ਕੁਝ ਮਾਸਟਰ ਵੀਡੀਓਜ਼ ਨੂੰ ਪ੍ਰਪੇਅਰ ਕਰ ਰਹੀ ਹਾਂ ਜਿਸ ਦੇ ਵਿੱਚ ਕਿ ਆਪਾਂ ਇੱਕ ਪੰਜਾਬੀ ਗ੍ਰਾਮਰ ਨੂੰ ਪੂਰਾ ਕਰਨਾ ਆ ਓਕੇ। ਉਸ ਦੇ ਨਾਲ ਨਾਲ ਜੋ ਕੰਪਿਊਟਰ ਦਾ ਪਾਰਟ ਹੈ ਨਾ ਇਹਨੂੰ ਆਪਾਂ ਪੂਰਾ ਇੱਕ ਹੀ ਵੀਡੀਓ ਦੇ ਵਿੱਚ ਲੈ ਕੇ ਆਉਣਾ ਆ ਤੇ ਜਦੋਂ ਇਹ ਵੀਡੀਓ ਆ ਜਾਣਗੀਆਂ ਤੁਸੀਂ ਉਸ ਤੋਂ ਬਾਅਦ ਜ਼ਰੂਰ ਦੇਖ ਲੈਣਾ ਤੁਹਾਡੇ ਐਗਜ਼ਾਮ ਲਈ ਇੰਪੋਰਟੈਂਟ ਰਹਿਣਗੀਆਂ ਕਿਉਂਕਿ ਤੁਹਾਨੂੰ ਪਤਾ ਹੀ ਆਪਾਂ ਐਗਰੀਕਲਚਰ ਦੀ ਇੱਕ ਵੀਡੀਓ ਬਣਾਈ ਸੀ ਮਾਸਟਰ ਵੀਡੀਓ ਰਾਈਟ। ਉਸ ਦੇ ਵਿੱਚੋਂ ਕਾਫੀ ਸਾਰੇ ਕੁਐਸਚਨਸ ਜੋ ਹੈ ਨਾ ਇਹ ਕੱਲ ਦੇ ਪਟਵਾਰੀ ਵਾਲੇ ਐਗਜ਼ਾਮ ਦੇ ਵਿੱਚ ਪੁੱਛੇ ਗਏ ਸੀ ਓਕੇ। ਤਾਂ ਇਸ ਲਈ ਇਹਨਾਂ ਮਾਸਟਰ ਵੀਡੀਓਜ਼ ਨੂੰ ਵੀ ਤੁਸੀਂ ਮਿਸ ਨਹੀਂ ਕਰਨਾ ਔਰ ਡੇਲੀ ਹੀ ਕਰੰਟ ਅਫੇਅਰਸ ਦੇ ਸੈਸ਼ਨ ਜੋ ਹੈਗੇ ਆ ਇਹਨਾਂ ਨੂੰ ਜ਼ਰੂਰ ਅਟੈਂਡ ਕਰਨਾ ਹੈ ਓਕੇ। ਤੇ ਜਿਹੜੇ ਸਟੂਡੈਂਟਸ ਅੱਜ ਪਹਿਲੀ ਵਾਰੀ ਇਸ ਸੈਸ਼ਨ ਨੂੰ ਦੇਖ ਰਹੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸੋ ਦੈਟ ਕਿ ਤੁਹਾਨੂੰ ਜੋ ਡੇਲੀ ਦੀਆਂ ਇੰਪੋਰਟੈਂਟ ਇਨਫੋਰਮੇਸ਼ਨ ਹੈਗੀਆਂ ਉਹ ਅਪਡੇਟਸ ਮਿਲਦੀਆਂ ਰਹਿਣ ਓਕੇ। ਤਾਂ ਫਿਰ ਆਪਾਂ ਸਟਾਰਟ ਕਰਾਂਗੇ ਅੱਜ ਦੇ ਫਸਟ ਕੁਐਸਚਨ ਤੋਂ ਵਿਚ ਸਟੇਟ or UT has removed the inner line permit for Indian nationals। ਇੱਥੇ ਆਪਾਂ ਨੂੰ ਪੁੱਛਿਆ ਗਿਆ ਹੈ ਕਿ ਕਿਸ ਰਾਜ ਜਾਂ ਫਿਰ UT ਨੇ ਇੰਡੀਅਨ ਪਰਸਨਸ ਦੇ ਲਈ ਯਾਨੀ ਜਿਹੜੇ ਵੀ ਭਾਰਤ ਦੇ ਨਾਗਰਿਕ ਹੈ ਉਹਨਾਂ ਦੇ ਲਈ ਇਨਰ ਲਾਈਨ ਪਰਮਿਟ ਨੂੰ ਖਤਮ ਕਰ ਦਿੱਤਾ ਹੈ। ਤਾਂ ਦੇਖੋ ਜੋ ਲੱਦਾਖ ਹੈ ਇਹਨੇ ਹਾਲ ਹੀ ਦੇ ਵਿੱਚ ਇੰਡੀਅਨ ਸਿਟੀਜ਼ਨਸ ਦੇ ਲਈ ਇਨਰ ਲਾਈਨ ਪਰਮਿਟ ਨੂੰ ਖਤਮ ਕੀਤਾ ਹੈ। ਇਸ ਨਵੇਂ ਡਿਸੀਜਨ ਦੇ ਵਿੱਚ ਹੋਏਗਾ ਕਿ ਤਾਂ ਦੇਖੋ ਲੱਦਾਖ ਦੇ ਵਿੱਚ ਨਾ ਕੁਝ ਏਰੀਆਜ਼ ਹੈਗੇ ਆ ਜਿਨ੍ਹਾਂ ਨੂੰ ਆਪਣੀ ਗਵਰਨਮੈਂਟ ਵੱਲੋਂ ਪ੍ਰੋਟੈਕਟਡ ਏਰੀਆਜ਼ ਜਾਂ ਫਿਰ ਸੈਂਸਿਟਿਵ ਏਰੀਆਜ਼ ਜੋ ਹੈ ਘੋਸ਼ਿਤ ਕੀਤਾ ਗਿਆ ਹੈ। ਇਹਦਾ ਮਤਲਬ ਕੀ ਹੈ ਇਹ ਐਦਾਂ ਦੇ ਏਰੀਆਜ਼ ਹੁੰਦੇ ਆ ਜਿਸ ਦੇ ਵਿੱਚ ਕਿ ਨੋਰਮਲ ਪਬਲਿਕ ਜੋ ਹੈ ਈਜ਼ੀਲੀ ਨਹੀਂ ਜਾ ਸਕਦੇ ਈਜ਼ੀਲੀ ਅਪਰੋਚ ਨਹੀਂ ਕਰ ਸਕਦੀ ਓਕੇ। ਇਸੇ ਦੇ ਲਈ ਹੀ ਸਪੈਸ਼ਲ ਪਰਮਿਟ ਲੈਣਾ ਪੈਂਦਾ ਹੈ ਜਿਸ ਨੂੰ ਬੋਲਿਆ ਜਾਂਦਾ ਹੈ ਇਨਰ ਲਾਈਨ ਪਰਮਿਟ ਓਕੇ। ਤੇ ਹੁਣ ਇਹਦੇ ਵਿੱਚ ਕੀ ਬੋਲਿਆ ਗਿਆ ਹੈ ਕਿ ਜੋ ਨਵਾਂ ਡਿਸੀਜਨ ਆਇਆ ਉਹਦੇ ਅਕੋਰਡਿੰਗ ਇਹ ਸਾਰੇ ਹੀ ਪ੍ਰੋਟੈਕਟਡ ਐਂਡ ਸੈਂਸਿਟਿਵ ਏਰੀਆ ਦੇ ਵਿੱਚ ਘੁੰਮਣ ਦੇ ਵਾਸਤੇ ਹੁਣ ਇੰਡੀਅਨ ਸਿਟੀਜ਼ਨਸ ਨੂੰ ਕਿਸੇ ਵੀ ਪਰਮਿਟ ਦੀ ਜ਼ਰੂਰਤ ਨਹੀਂ ਪਏਗੀ। ਪਰ ਅਗਰ ਆਪਾਂ ਫੋਰਨਰਸ ਦੀ ਗੱਲ ਕਰਦੇ ਹਾਂ ਤਾਂ ਇਹ ਵਾਲੀਆਂ ਰਿਸਟ੍ਰਿਕਸ਼ਨਸ ਉਹਨਾਂ ਦੇ ਲਈ ਸੇਮ ਹੀ ਰਹਿਣਗੀਆਂ ਓਕੇ। ਪਰ ਇਹਦੇ ਵਿੱਚ ਵੀ ਨਾ ਇੱਕ ਚੇਂਜ ਕੀਤਾ ਗਿਆ ਉਹ ਕਿਹੜਾ ਇਹ ਇੰਪੋਰਟੈਂਟ ਰਹੇਗਾ ਕਿ ਜਿੰਨੇ ਵੀ ਫੋਰਨ ਟੂਰਿਸਟ ਹੋਣਗੇ ਉਹਨਾਂ ਨੂੰ ਪਹਿਲਾਂ ਇਹ ਵਾਲਾ ਪਰਮਿਟ ਨਾ 7 ਡੇਜ਼ ਦੇ ਲਈ ਮਿਲਦਾ ਸੀਗਾ ਓਕੇ। ਪਰ ਹੁਣ ਇਹਦੀ ਅਵਧੀ ਵਧਾ ਦਿੱਤੀ ਹੈ ਹੁਣ ਇਹਨਾਂ ਨੂੰ ਇਹ 15 ਦਿਨ ਦੇ ਲਈ ਮਿਲਿਆ ਕਰੇਗਾ। ਅਗਰ ਆਪਾਂ ਗੱਲ ਕਰਦੇ ਹਾਂ ਲੱਦਾਖ ਦੇ ਪ੍ਰੋਟੈਕਟਡ ਏਰੀਆਜ਼ ਤਾਂ ਇਹਨਾਂ ਦੇ ਵਿੱਚੋਂ ਸਾਰੇ ਹੀ ਖੇਤਰ ਆਉਂਦੇ ਆ ਜੋ ਕਿ ਚਾਈਨਾ ਦੇ ਨਾਲ ਜਾਂ ਫਿਰ ਪਾਕਿਸਤਾਨ ਦੇ ਨਾਲ ਆਪਣੀ ਬਾਉਂਡਰੀ ਨੂੰ ਸ਼ੇਅਰ ਕਰਦੇ ਨੇ ਓਕੇ। ਤਾਂ ਜੋ ਚਾਈਨਾ ਹੈ ਉਸ ਦੇ ਨਾਲ ਆਪਣੀ ਜੋ ਬਾਉਂਡਰੀ ਲੱਗਦੀ ਹੈ ਉਸ ਲਾਈਨ ਨੂੰ ਕੀ ਬੋਲਦੇ ਆ ਲਾਈਨ ਆਫ ਐਕਚੁਅਲ ਕੰਟਰੋਲ LAC। ਅਗਰ ਆਪਾਂ ਪਾਕਿਸਤਾਨ ਦੀ ਗੱਲ ਕਰਦੇ ਹਾਂ ਤਾਂ ਇਹਦੇ ਨਾਲ ਲੱਗਦੀ ਹੈ ਆਪਣੀ ਲਾਈਨ ਆਫ ਕੰਟਰੋਲ ਯਾਨੀ ਕਿ LOC ਠੀਕ ਹੈ। ਤਾਂ ਇਹਨਾਂ ਸਾਰੀਆਂ ਹੀ ਬਾਉਂਡਰੀਜ਼ ਦੇ ਨਾਲ ਜਿੰਨੇ ਵੀ ਏਰੀਆਜ਼ ਆਉਂਦੇ ਆ ਉਹ ਸਾਰੇ ਦੇ ਸਾਰੇ ਪ੍ਰੋਟੈਕਟਡ ਏਰੀਆ ਹੁੰਦੇ ਆ ਓਕੇ। ਹੁਣ ਅਗਰ ਆਪਾਂ ਇਹਦੇ ਵਿੱਚ ਕੁਝ ਇੰਪੋਰਟੈਂਟ ਦੇਖ ਲਈਏ ਤਾਂ ਇਹਦੇ ਵਿੱਚ ਜਿਵੇਂ ਕਿ ਨੁਬਰਾ ਵੈਲੀ ਹੈ ਜਾਂ ਪੈਂਗੋਂਗ ਲੇਕ ਹੈ ਇਹ ਸਾਰੇ ਹੀ ਇਹਦੇ ਵਿੱਚ ਆ ਜਾਣਗੇ। ਹੁਣ ਇਹ ਕਦਮ ਚੁੱਕਿਆ ਕਿਉਂ ਗਿਆ ਦੇਖੋ ਜੋ ਲੱਦਾਖ ਹੈ ਇਹਦੇ ਵਿੱਚ ਟੂਰਿਜ਼ਮ ਨੂੰ ਬੜਾਵਾ ਦਿੱਤਾ ਜਾ ਸਕੇ ਇਸੇ ਲਈ ਇਸ ਡਿਸੀਜਨ ਨੂੰ ਲਿਆਂਦਾ ਗਿਆ ਓਕੇ। ਤਾਂ ਦੇਖੋ ILP ਜਿਵੇਂ ਮੈਂ ਤੁਹਾਨੂੰ ਹੁਣੇ ਹੀ ਦੱਸਿਆ ਇਹ ਨਾ ਇੱਕ ਤਰ੍ਹਾਂ ਦਾ ਡਾਕੂਮੈਂਟ ਹੁੰਦਾ ਹੈ ਤੁਸੀਂ ਯਾਦ ਰੱਖਣਾ ਜਿਸ ਦੇ ਵਿੱਚ ਕਿ ਉਹ ਵਾਲੇ ਸਾਰੇ ਹੀ ਏਰੀਆਜ਼ ਦੇ ਵਿੱਚ ਜਾਣ ਵੇਲੇ ਲੈਣਾ ਪੈਂਦਾ ਹੈ ਜੋ ਕਿ ਆਪਣੀ ਇੰਡੀਅਨ ਗਵਰਨਮੈਂਟ ਵੱਲੋਂ ਪ੍ਰੋਟੈਕਟਡ ਘੋਸ਼ਿਤ ਕੀਤੇ ਗਏ ਰਾਈਟ। ਔਰ ਐਟ ਪ੍ਰੈਜ਼ੈਂਟ ਕੀ ਹੋਰ ਵੀ ਕੁਝ ਇੱਦਾਂ ਦੀਆਂ ਸਟੇਟਸ ਹੈਗੀਆਂ ਜਿੱਥੇ ਇਹ ਵਾਲਾ ਪਰਮਿਟ ਲੈ ਕੇ ਜਾਣਾ ਪੈਂਦਾ ਹੈ ਤਾਂ ਬਿਲਕੁਲ ਐਟ ਪ੍ਰੈਜ਼ੈਂਟ 4 ਇੱਦਾਂ ਦੀਆਂ ਨਾਰਥ ਈਸਟਰਨ ਸਟੇਟਸ ਨੇ
ठीक है, जिन्हां दे विच इस परमिट की जरूरत पैंदी है। फर्स्ट है अरुणाचल प्रदेश, सैकेंड है मणिपुर, थर्ड मिजोरम एंड लास्ट है नागालैंड। ओके, तो ये तुसीं सारे ही याद रखने हैं। लद्दाख की कैपिटल ले एंड करगिल, और इत्थे दो ही डिस्ट्रिक्ट मिलणगियां, ले एंड करगिल ही। ओके, इत्थे दे जो लैफ्टिनेंट जनरल हो जाएंगे ये है राधा कृष्ण माथुर। हाईकोर्ट इत्थे JNK की लगती है। ओके, अगर आप करंट दे नाल रिलेट करते हैं तो इत्थे दी जो आर्यन वैली है इसनू मतलब एक कारगिल डिस्ट्रिक्ट दे विच पैंदी है, राइट। इनू ना हुण नैशनल ग्रिड यानी कि बिजली की परियोजना दे नाल जोड़न दे लई हाल ही दे विच मता पास किया गया। ओके, जिस दे अंडर इहदे विच जिन्ने भी पिंड आंदे हैं ना सारिआं नूं ही हुण बिजलीकरण किया जाएगा। इस तो बाद जो गवर्नमेंट ऑफ इंडिया हैगी है इन्हें एक सेंट्रल यूनीवर्सिटी नूं एस्टैबलिश करन दे लई लद्दाख नूं अप्रूवल दित्ती है। ये इदां दी पहली यूटी बनी जिसने कि अपनी 100% पॉपूलेशन नूं फर्स्ट डोज दे दित्ती है कोविड दी। ओके, और इत्थे दी स्टेट ओन्ड CESL यानी कि कन्वर्जेंस एनर्जी सर्विस लिमिटेड इन्हें एक पैक्ट साइन किया है लद्दाख की एडमिनिस्ट्रेशन दे नाल, ताकि जो लद्दाख है इनू कार्बन न्यूट्रल बनाया जा सके। इसका मतलब इहदे विच कार्बन एमिशन नू बिल्कुल इन्होंने जीरो करना है। ओके, और लद्दाख ने लॉन्च की योन टैब स्कीम। इस दे अंडर 12,300 जो है ने ना टैबलेट्स वंडे गए स्टूडेंट्स नू। लद्दाख दे विच एक इग्नाइटेड माइंड प्रोजैक्ट आया जो कि अपनी इंडियन आर्मी ने स्टार्ट किया। ये किस लिए किया गया, जो इत्थे लद्दाख के जिन्ने भी स्टूडेंट्स है उन्होंने सारिਆਂ ਨੂੰ ही एडुकेशन के फील्ड ਦੇ ਵਿੱਚ अच्छी अपॉर्चुनिटीज़ प्रोवाइड कीतियां जा सकन। ओके, क्वेश्चन नंबर 2, a permanent commission for which purpose has been established in NCR Delhi recently। जो अपनी UT दिल्ली है इस दे विच ना एक कमीशन का गठन किया गया जो कि परमानेंट कमीशन है। तो इनू किस लिए किया गया, तो इसका आंसर हो जाएगा फॉर एयर क्वालिटी मैनेजमेंट, राइट। जो अपनी राजधानी है तो पता है लास्ट कुछ सालों तो आप देख रहे हैं कि इत्थे दी जो हवा हैगी है बहुत ही ज़्यादा पॉल्यूटिड है, राइट। और ऐसे पॉल्यूशन के करके इत्थे ना हवा विच ऐदा लगता है जिवें कि फोग हुंदी है, बट एक्चुअल दे विच फोग नहीं हुंदी, वो पॉल्यूशन हुंदा है, राइट। इसे करके ही हुण जो अपनी दिल्ली दी मतलब कैपिटल है इत्थे हुण हवा की गुणवत्ता नूं मैनेज करन वास्ते एक परमानेंट कमीशन का गठन किया गया। ओके, ये किस लिए किया गया, ताकि जो एयर की क्वालिटी है उनके इंडेक्स के लिए ना बैटर कोऑर्डिनेशन बनाया जा सके और इनके फील्ड विच रिसर्च भी की जा सके। ओके, और इस बिल नूं लोक सभा एंड राज्य सभा दोनों ने ही पास भी कर दिता है, जिस दे नाल हुण दिल्ली दे विच और इहदे नाल जिन्ने भी इलाके लगते हैं सराउंडिंग एरियाज जो है ना इन्हां सारिਆਂ दे लई ही इस कमीशन का गठन किया गया। और अगर आप गल करते हैं कि इन्हूं पहलां भी कदी इदां प्रपोजल दिता गया सी, तो बिल्कुल 2020 दे विच जो गवर्नमेंट ऑफ इंडिया है इन्हें इहदे लई ना एक ऑर्डीनेंस जारी किया सीगा। ओके, पर यह वाला ऑर्डीनेंस जो है हुण मार्च दे विच लैप्स हो गया होया है, इसे करके हुण इस बिल नूं दोबारा पास किया गया। ठीक है, तो हुण आपां देखांगे दिल्ली दी कैपिटल जो है इहदी फॉर्मेशन की गई सी 1911 दे विच। ओके, तो तुसीं मैनूं कमेंट सैक्शन दे विच दसोगे कि दिल्ली तो पहला इंडिया की कैपिटल किहड़ी हुंदी सी। ऑल राइट, 1911 तो पहला। और फिर इहनूं यूटी कदों बनाया गया, 1956 दे विच। आफ्टर दैट नैशनल कैपिटल टैरेटरी ये बनाया गया इहनूं फैबररी 1992 दे विच। इत्थे LG हो जाएंगे अनिल बैजल एंड CM रहणगे अरविंद केजरीवाल। करंट दे नाल रिलेट करिए तो दिल्ली ने बहुत ही इंपॉर्टेंट स्टैप उठाया, याद रख लेना। इन्हें अप्रूवल दी है मैडिकल ऑक्सीजन प्रोडक्शन प्रमोशन की पॉलिसी नूं। ओके, जो कि किस लिए लियांदी गई है, इहदे विच ना बोलिया गया है कि ना प्राइवेट सैक्टर जो हैगे है उन्होंने बोलिया गया कि तुसी इन्वेस्ट करो ताकि ना जिन्ने भी ऑक्सीजन के प्लांट्स हैगे है इन्हां दी प्रोडक्शन तुसी कर सको। इस दे नाल नाल इहदे जो टैंकर है इन्हां दे विच भी तुसी इन्वेस्ट करना है और स्टोरेज फैसिलिटी दे विच भी तुसी इहनूं इन्वेस्ट करना है। ओके, ये प्राइवेट सैक्टर सारियां ही चीज़ां विच इन्वेस्ट करनगे सो दैट कि जो ऑक्सीजन की कमी है इहनूं खत्म किया जा सके मैडिकल फील्ड दे विच। ओके, आफ्टर दैट जो दिल्ली मैट्रो है इन्हें लॉन्च किया इंडिया का पहला UPI बेस्ड कैशलैस पार्किंग यानी कि फास्टैग पार्किंग जो हैगी है ये स्टार्ट की गई। इस तो बाद क्लाउड बेस्ड हैल्थ प्रोजैक्ट किहड़े वाला इहदे विच हैल्थ कार्ड इन्फॉर्मेशन मैनेजमेंट सिस्टम स्टार्ट किया गया। ये भी दिल्ली गवर्नमेंट वालों स्टार्ट किया गया। किस लिए किया गया, इहदे विच ना एक हैल्थ हैल्पलाइन जो है इनू इशू किया जाएगा। इस दे नाल ना स्पैशल सर्वे भी किया जाना है ताकि सारे ही जो सिटीजन हैगे ना दिल्ली दे उन्हां सारिਆਂ ਨੂੰ ही ई हैल्थ कार्ड प्रोवाइड किए जा सकन।
और जदों भी ये वाला सारा सिस्टम लॉन्च हो जाएगा उस तो बाद दिल्ली पहली ऐदां दी सिटी बनेगी जो कि क्लाउड बेस्ड जो हैल्थ कार्ड इन्फॉर्मेशन सिस्टम है इनू लॉन्च करूगी। ओके, इस तो बाद इत्थे आई CM COVID-19 परिवार आर्थिक सहायता योजना। ये उन्हां सारियां ही फैमिलीज़ दे लई लैके आई गई जिन्हां ने कि कोविड करके अपने किसी भी फैमिली मैंबर नू खो दिता है। ओके, क्वेश्चन नंबर 3, PM दक्ष पोर्टल हैज़ बीन लॉन्च्ड बाय विच मिनिस्ट्री। PM दक्ष नाम का जो पोर्टल है ये किहड़े मंत्रालय ने जारी किया है? तो यह है मिनिस्ट्री ऑफ सोशल जस्टिस एंड एम्पावरमेंट। ओके, तो ऐसे ही मंत्रालय के जो मिनिस्टर ने किहड़े वाले, डॉक्टर वीरेंद्र कुमार। ओके, उन्होंने ही PM दक्ष नाम का पोर्टल स्टार्ट किया है। ये किंदे लिए स्टैंड करेगा? तो ये हो जाएगा PM का, तो PM ही रह जाएगा। ओके, आफ्टर दैट ये आएगा दक्ष और कौशलता संपन्न हितकारी। ओके, ये तुसी याद रखना है, सॉरी हितग्रही, राइट। ये वाला जो पोर्टल है इनू स्टार्ट किया गया है। इस दे नाल नाल इन्होंने एक मोबाइल ऐप भी लॉन्च की है। हुण इहदे च क्वेश्चन है कि इनू स्टार्ट क्यों किया गया? तो ये BC SC एंड जो सफाई कर्मचारी होंदे हैं ना उन्हां दे लई स्टार्ट किया गया है ताकि उन्हां दे विच स्किल डेवलपमेंट जो है इनू किया जा सके। जिन्नियां भी इत्थे दी जो गवर्नमेंट अपने इंडिया दी जदों भी स्किल डेवलपमेंट दे लई कोई भी स्कीम लैके आएगी तो इन्हां सारियां दे ही लाभ इन्हां तिन्ने कैटेगरीज नू देण दे लई PM दक्ष नाम के पोर्टल नू स्टार्ट किया गया। ओके, और इहदे विच इन्हां तिन्ने कैटेगरीज दे नाल रिलेटेड जिन्ना भी यूथ होएगा उन्होंने स्किल डेवलपमेंट दी ट्रेनिंग्स फ्री दे विच प्रोवाइड कीतियां जाणगियां अपनी गवर्नमेंट वालों, राइट। और इस नू नैशनल गवर्नेंस डिवीजन जो है ना इनकी हेल्प दे नाल स्टार्ट किया गया है। और अगर आप गल करिए नैशनल गवर्नेंस डिवीजन तो इनू 2009 दे विच स्टार्ट किया गया सीगा। ओके, और मिनिस्ट्री ऑफ इलैक्ट्रॉनिक्स एंड इन्फॉर्मेशन इन्होंने इनू स्टार्ट किया और ये ना एक इंडिपेंडेंट बिजनेस दी डिवीजन है, राइट। इनू किस लिए बनाया गया है? जो डिजिटल इंडिया कॉरपोरेशन है ना उनके अंडर इनू डेवलप किया गया है। और राइट, अगर आप करंट के नाल रिलेट करते हैं तो जो मिनिस्ट्री ऑफ हैल्थ एंड वेलफेयर है इन्होंने इंद्रधनुष 3.0 इनू स्टार्ट किया, वेरी इंपॉर्टेंट। ओके, तो देखो इंद्रधनुष मतलब जिन्हें विच 7 रंग होंगे है ना, तो इनका मतलब ये ऐदा का पोर्टल है जिस दे विच कि ना 7 बीमारियों को कवर किया गया है। और ये वो वाली बीमारियां जिन्हां दा टीका प्रेगनेंट वीमेन और चिल्ड्रन जो कि नवे पैदा होंदे ने बच्चे उन्होंने लगाया जाता है, राइट। और तुहानूं पता होएगा कोविड करके काफ़ी सारे ऐदा दे पर्सन ने या ऐदा दियां प्रेगनेंट वीमेन है जिन्होंने कि ये वाले टीके नहीं लग पाए और इन्हों हुण कवर करन दे लई ही यानी कि जो इन्होंने आपदी मिस कर दी है रूटीन इम्यूनाइजेशन दी डोज है ना, इहदे लई ही इंद्रधनुष 3.0 नूं स्टार्ट किया गया। ओके, आफ्टर दैट जो मिनिस्ट्री ऑफ एजुकेशन है इन्होंने स्टार्ट किया स्टार्स प्रोजेक्ट। ओके, ये किस लिए किया गया है? ताकि ना जो इंडिया का एजुकेशन सिस्टम है उनकी ओवरऑल मोनीटरिंग की जा सके और उनके विच इंप्रूवमेंट लियांदी जा सके। मिनिस्ट्री ऑफ जल शक्ति जो है इन्होंने स्टार्ट किया द नेशनल रूरल ड्रिंकिंग वाटर। ओके, तो इनू क्यों स्टार्ट किया गया? ताकि जिन्ने भी अपने रूरल के एरियाज है ना उन्होंने विच पीण योग पानी नू प्रोवाइड किया जा सके और इसनू जल जीवन मिशन के अंडर स्टार्ट किया गया। इस तो बाद आ जाता है मिनिस्ट्री ऑफ फाइनांस, इन्होंने स्टार्ट की सरल जीवन बीमा। ओके, इस तो बाद जो मिनिस्ट्री ऑफ टैक्सटाइल है इन्होंने समर्थ नाम की एक स्कीम नू लियांदा है। ये स्कीम किस लिए लियांदी गई है? जो टैक्सटाइल सैक्टर है उस दे विच ना कैपेसिटी बिल्डिंग की जा सके और इसके लिए अलग अलग टाइम के उपर जो ऑनलाइन एंड ऑफलाइन दोनों ही मोड दे विच प्रोवाइड की जाएगी ट्रेनिंग्स। ओके, क्वेश्चन नंबर 4, CDRI दैट इज कोलिशन फॉर डिजास्टर रेजिलिएंट इंफ्रास्ट्रक्चर वाज लॉन्च्ड बाय विच कंट्री। तो जो CDRI नामक पहल है ये किस देश वालों शुरू की गई सी? तो ये अपने इंडिया वालों ही स्टार्ट की गई है, इसलिए ये तुहाडे लिए इंपॉर्टेंट रहेगी। ओके, जो CDRI है इन्होंने अपने इंडिया के प्राइम मिनिस्टर मिस्टर नरेंद्र मोदी इन्होंने 2019 दे विच लॉन्च किया सीगा और हुण तक इहदे विच 25 कंट्रीज एंड 7 इंटरनेशनल जो ऑर्गेनाइजेशन है इन्होंने शामिल किया जा चुका है। और इनू लास्ट केड़ी जगह है, केड़ी जो कंट्री है उन्हें मतलब हाल ही दे विच ज्वाइन किया तो ये हो जाएगी बांग्लादेश। ओके, ये हुणे हुणे इहदा नवा मैंबर बनिया। आपां ये वाली न्यूज़ थोड़ी जी कवर भी की सीगी 2-3 दिन पहला जदों इहदे विच बांग्लादेश ने बोलिया सीगा कि मैं इहदे विच शामिल होने दे लई यस करदा। ओके, तो देखो जो CDRI टर्म है ये तुहाडे लई इंपॉर्टेंट है, इसलिए मैं इहनूं दोबारा जो है इहदे विच इंक्लूड किया अज दे सैशन दे विच।
CDRI टर्म की है, ਇਹਨੂੰ ना क्लाइमेट एंड डिजास्टर यानी कि जो आपदा ਹੁੰਦੀ है ना ਉਹਦੇ ਬੁਨਿਆਦੀ ਢਾਂਚੇ ਦੇ ਲਈ ਸਟਾਰਟ ਕੀਤਾ ਗਿਆ ਸੀਗਾ, ਓਕੇ, ਤਾਂ ਕਿ ਇਹਦੇ ਵਿੱਚ ਸਾਰਾ ਹੀ ਲਚਕੀਲਾਪਨ ਆ ਸਕੇ, ਓਕੇ। ਤਾਂ ਦੇਖੋ 23 ਸੈਪਟੈਂਬਰ 2019 ਨੂੰ ਯੂਨਾਈਟਿਡ ਨੇਸ਼ਨ ਦੀ ਨਾ ਇੱਕ ਸਮਿਟ ਹੋ ਰਹੀ ਸੀ, ਜਿਸ ਦੇ ਵਿੱਚ ਕਿ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਆਪਣਾ ਭਾਸ਼ਣ ਦਿੱਤਾ ਔਰ ਉਸੇ ਵਿੱਚ ਇਹਨਾਂ ਨੇ ਸੁਜੈਸ਼ਨ ਦਿੱਤੀ ਸੀਗੀ ਕਿ ਆਪਾਂ ਨੂੰ CDRI ਨੂੰ ਸਟਾਰਟ ਕਰਨਾ ਚਾਹੀਦਾ ਹੈ, ਓਕੇ। ਔਰ ਐਸ ਦੇ ਲਈ ਦੇਸ਼ ਕਾਫੀ ਸਾਰੇ ਇਸ ਦੇ ਨਾਲ UN ਦੀਆਂ ਏਜੰਸੀਜ਼, ਪ੍ਰਾਈਵੇਟ ਸੈਕਟਰ, ਐਜੂਕੇਸ਼ਨਲ ਇੰਸਟੀਟਿਊਸ਼ਨਸ, ਇਹਨਾਂ ਸਾਰਿਆਂ ਨੂੰ ਹੀ ਇਹਦੇ ਵਿੱਚ ਇਨਕਲੂਡ ਕੀਤਾ ਗਿਆ ਔਰ ਇਹ ਸਾਰੀਆਂ ਹੀ ਜੋ ਆਰਗੇਨਾਈਜੇਸ਼ਨ ਹੈ ਨਾ ਇਹ ਮਿਲ ਕੇ ਕੀ ਕਰਨਗੀਆਂ, डिजास्टर मैनेजमेंट के लिए अपने सुझाव देणगियां और जो नॉलेज है उन्होंने शेयर करनगियां, ओके। सब तो पहला 2016 ਦੇ ਵਿੱਚ जो अपने इंडिया के प्राइम मिनिस्टर है ਇਹਨਾਂ ने ਇਹਨੂੰ एशियन मिनिस्टर की जो मीटिंग हुई सी ना उस कॉन्फ्रेंस ਦੇ ਵਿੱਚ ਪਹਿਲੀ ਵਾਰੀ ਸੁਜੈਸਟ ਕੀਤਾ ਸੀਗਾ, ओके। और फिर ਇਹਨੂੰ बनाया कदों गया ਹੁਣ 2019 ਦੇ ਵਿੱਚ। बांग्लादेश की कैपिटल ढाका, प्रेसिडेंट अब्दुल हामिद, PM शेख हसीना, करंसी रहेगी टका। अगर करंट के ना रिलेट करते हैं तो जो बांग्लादेश है ना इसने लॉन्च करना है जागा जॉग नाम की एक ऐप जिसनों कि फेसबुक के लिए लिया जाएगा। इस दे विच डिटेल आप नैक्सट क्वेश्चन दे विच करांगे। आफ्टर दैट जो वर्ल्ड बैंक है इन्होंने जो डॉलर दिते ने 200 मिलियन बांग्लादेश नूं, ठीक है, किस लिए, ताकि इत्थे दी जिन्नी भी घट इनकम वाली यूथ है उन्हां सारिआं नूं ही सपोर्ट किया जा सके। और इत्थे जो स्वाधीनता पुरस्कार जो है इन्हां नूं स्टार्ट किया गया, ओके। और ये पहली इदां दी कंट्री बनी जिन्हां ने कि पेन किलर जिसका नाम है कैटोप्रोफेन इन्हां नूं मतलब बैन किया है, ओके। ये किस लिए किया गया क्योंकि इन्होंने बोलिया है कि इहदे विच ना जो वल्चर है उन्हां दे लई बहुत ज़्यादा डेंजरस है, ओके। इस तो बाद जो रोहिंग्या कम्यूनिटी है इन्होंने इहनूं शिफ्ट कर दिता है भाषण 4 आइलैंड दे विच। इत्थे तुहाडे लई इंपॉर्टेंट ये रहेगा कि जो भाषण 4 आइलैंड है किहड़ी कंट्री दे विच है, तो इट इज़ इन बांग्लादेश, ऑलराइट। Question number 5. Bangladesh will develop which social media platform to counter Facebook and WhatsApp? जो बांग्लादेश है ये फेसबुक एंड WhatsApp की जगह ते किस सोशल मीडिया प्लेटफॉर्म नू लॉन्च करन जा रहा है, ऑल राइट। तो ये है जागा जोंग, राइट। पर ये जी जागा जोंग है ये फेसबुक के लिए है, WhatsApp के लिए अगे मैं तुहानूं डिस्कस करूँगी, ओके। तो देखो जो बांग्लादेश है इन्हें हाल ही दे विच अनाउंसमेंट की है कि ਜਿਹੜੀਆਂ बहुत सारिया पॉपुलर एप्स है फेसबुक एंड WhatsApp इन्हों काउंटर करने के लिए ये अपनी खुद की सोशल मीडिया ऐप नू लॉन्च करेगा, ओके। और आप हुणे किया कि फेसबुक की जगह के उपर तो जागा जॉन्ग लैके आ रहा है, राइट। और अगर आप गल करते हैं WhatsApp तो WhatsApp की जगह पर इनकी ऐप हो जाएगी एलापॉन, ओके। ये तुसीं दोनों ही ऐप नू याद रखोगे। और जो बांग्लादेश है इन्हें अपना डिजिटल ई-कॉमर्स पॉलिसी नू लॉन्च किया 2018 दे विच, राइट। और उनके अकॉर्डिंग इन्होंने एक टारगेट रखा हुआ है कि 2021 के एंड तक ये 20 लाख वैकेंसीज नू लैके आउणगे इनफॉर्मेशन एंड कम्युनिकेशन टैक्नोलॉजी के सैक्टर दे विच, ओके। और जिस तरह ये ऐप्स नू लॉन्च कर रहे हैं तो ये मन्निया भी जा रहा है कि 2021 के लास्ट तक ये अपना टारगेट अचीव भी कर लेंगे। और इसे करके वाली ऐप्स नू लॉन्च किया जा रहा है, ओके। और इस दे नाल नाल सिर्फ जॉब ही नहीं क्रिएट होणगियां बल्कि 2025 तक 5 बिलियन जो डॉलर है ना इन्होंने अपना एक्सपोर्ट भी अचीव कर लेना है। ये लिए भी बांग्लादेश ने हेल्प मिलने वाली है। अगर आप ये करंट ना रिलेट करिए तो बांग्लादेश ने एक ऐप लिया सी जिसनों कि इन्होंने जूम के अगेंस्ट लिया सीगा। उस ऐप का नाम है बोइथिक ऐप, ओके। इस तो बाद इन्होंने वैक्सीनेशन की रजिस्ट्रेशन के परपज़ के नाल एक ऐप लिया जिसका नाम है सुरोखा ऐप। और इन्होंने अपना एक नैशनल ऐप पोर्टल भी लॉन्च किया bdapps.com, BD मतलब बांग्लादेश, ओके। क्वेश्चन नंबर 6. Which state has become the first to issue orders to implement NEP 2020? राष्ट्रीय शिक्षा नीति यानी नैशनल एजुकेशन पॉलिसी 2020 नू लागू करने दे लई ऑर्डर जारी करने वाला पहला राज केड़ा बनिया है? तो जो नैशनल एजुकेशन पॉलिसी है इनके संबंध दे विच आदेश जारी करने वाला पहला राज बन गया कर्नाटका, ओके। ये इंडिया की पहली स्टेट होएगी, राइट। और जो स्टेट गवर्नमेंट है इन्हें इस टाइम जो प्रेजेंट एजुकेशनल सैशन है 2021-22, ठीक है, इनके तो इन्होंने बोलिया है कि नैशनल एजुकेशन पॉलिसी 2020 नू इंप्लीमेंट करने के लिए आप आदेश जारी कर रहे हैं। और इस नवी एजुकेशन पॉलिसी दे विच जो रिफॉर्म्स है ना वो लियाते जा रहे हैं काफ़ी ज़्यादा अपने एजुकेशन फील्ड दे विच, ओके।
ਇਹਦੇ ਲਈ ਇਹਨਾਂ ਨੇ ਬੋਲਿਆ ਕਿ ਇੱਕ ਸਿੰਗਲ ਰੈਗੂਲੇਟਰ ਹੋਏਗਾ ਜਿਸ ਦੇ ਵਿੱਚ ਕੀ ਹਾਇਰ ਐਜੂਕੇਸ਼ਨ ਨੂੰ ਦੇਖਿਆ ਜਾਏਗਾ, ਓਕੇ। और जो MPhil ਦਾ ਕੋਰਸ ਹੈ ਇਹਨੂੰ ਹਮੇਸ਼ਾ ਦੇ ਲਈ ਖਤਮ ਕਰ ਦਿੱਤਾ ਜਾਏਗਾ, PhD ਤੋਂ ਪਹਿਲਾਂ ਜਿਹਨੂੰ ਪਹਿਲਾਂ ਕੀਤਾ ਜਾ ਸਕਦਾ ਸੀਗਾ। ਔਰ ਸਾਰੇ ਹੀ ਪਬਲਿਕ ਐਂਡ ਪ੍ਰਾਈਵੇਟ ਇੰਸਟੀਟਿਊਸ਼ਨਸ ਇਹਨਾਂ ਦੇ ਲਈ ਇੱਕ ਹੀ ਫੀਸ ਹੋਏਗੀ। ਔਰ ਜੋ ਅੰਡਰ ਗ੍ਰੈਜੂਏਸ਼ਨ ਕੋਰਸਿਸ ਹੁੰਦੇ ਆ ਉਹਨਾਂ ਦੇ ਵਿੱਚ ਸਟੂਡੈਂਟ ਆਪਣੀ ਮਰਜ਼ੀ ਦੇ ਨਾਲ 3 ਈਅਰ ਜਾਂ ਫਿਰ 4 ਈਅਰ ਦੇ ਲਈ ਕੋਰਸ ਨੂੰ ਚੂਜ਼ ਕਰ ਸਕਣਗੇ। ਨਾਲ ਹੀ ਜੋ ਇਹਨਾਂ ਕੋਰਸਿਸ ਦੇ ਵਿੱਚ ਐਂਟਰੀ ਦੇ ਲਈ ਔਰ ਐਗਜ਼ਿਟ ਦੇ ਲਈ ਉਹਨਾਂ ਕੋਲ ਮਲਟੀਪਲ ਆਪਸ਼ਨਸ ਹੋਣਗੀਆਂ, ਓਕੇ। ਆਪਣੀ ਚੋਇਸ ਦੇ ਨਾਲ ਐਂਟਰੀ ਐਂਡ ਐਗਜ਼ਿਟ ਕਰ ਸਕਣਗੇ। ਕਰਨਾਟਕਾ ਦੀ ਕੈਪੀਟਲ ਬੈਂਗਲੁਰੂ, CM ਬਸਵਰਾਜ S ਬੋਮਾਏ ਇਹ ਹੁਣੇ ਹੀ ਚੁਣੇ ਗਏ ਨੇ ਨਵੇਂ, ਰਾਈਟ। ਔਰ ਗਵਰਨਰ ਹੋ ਜਾਣਗੇ ਥਾਵਰ ਚੰਦ ਗਹਿਲੋਤ। ਕਰੰਟ ਦੇ ਨਾਲ ਰਿਲੇਟ ਕਰਦੇ ਆ ਤਾਂ ਜੋ ਇੱਥੇ ਮੈਪਲ ਬੀਚ ਹੈ ਨਾ, ਇੱਥੇ ਸੇਫਟੀ ਨੈਟ ਐਂਡ ਰੈੱਡ ਫਲੈਗਸ ਲਗਾਏ ਗਏ ਨੇ, ਓਕੇ। ਤਾਂ ਇਹਨਾਂ ਨੂੰ ਕਿਸ ਲਈ ਲਗਾਇਆ ਗਿਆ ਹੈ? ਕਿਉਂਕਿ ਇੱਥੇ ਕਾਫੀ ਸਾਰੀਆਂ ਐਦਾਂ ਦੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਜਿਸ ਦੇ ਵਿੱਚ ਕਿ ਟੂਰਿਸਟ ਇੱਥੇ ਘੁੰਮਣ ਲਈ ਜਾਂਦੇ ਸੀ ਨਾ ਬੀਚ ਦੇ ਉੱਪਰ, ਉਹਨਾਂ ਦੇ ਡੁੱਬਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਆਈਆਂ, ਰਾਈਟ। ਔਰ ਐਸੇ ਨੂੰ ਕਾਪ ਅਪ ਕਰਨ ਦੇ ਲਈ ਹੁਣ ਇੱਥੇ ਸੇਫਟੀ ਨੈਟ ਲਗਾਏ ਗਏ ਆ ਔਰ ਉੱਥੇ ਰੈੱਡ ਫਲੈਗ ਵੀ ਲਗਾ ਕੇ ਲੋਕਾਂ ਨੂੰ ਮਤਲਬ ਚੇਤਾਵਨੀ ਵੀ ਦਿੱਤੀ ਗਈ ਹੈ, ਓਕੇ। ਔਰ ਆਪਾਂ ਹੁਣੇ ਕੀਤਾ ਜੋ ਬੈਸਵਰਾਜ ਬੋਮਾਏ ਹੈਗੇ ਨੇ ਇਹ ਇੱਥੇ ਦੇ 23rd CM ਬਣੇ ਨੇ, ਰਾਈਟ। ਔਰ ਇਹ ਕਦੋਂ ਬਣੇ? ਜਦੋਂ ਇੱਥੇ ਦੇ ਪਹਿਲੇ CM ਜਿਨ੍ਹਾਂ ਦਾ ਨਾਮ ਹੈ BS ਯੈਦਿਊਰੱਪਾ, ਇਹਨਾਂ ਨੇ ਰਿਜ਼ਾਈਨ ਕਰ ਦਿੱਤਾ ਸੀਗਾ, ਓਕੇ। ਇਸ ਤੋਂ ਬਾਅਦ ਇੱਥੇ ਫਲਾਵਰ ਪ੍ਰੋਸੈਸਿੰਗ ਸੈਂਟਰ ਨੂੰ ਖੋਲ੍ਹਿਆ ਗਿਆ। ਕਿਸ ਦੇ ਲਈ? ਇੱਥੇ ਜਿੰਨੇ ਵੀ ਇੱਦਾਂ ਦੇ ਫਲਾਵਰ ਹੋਣਗੇ ਜੋ ਕਿ ਮਾਰਕੀਟ ਦੇ ਵਿੱਚ ਸੇਲ ਨਹੀਂ ਹੁੰਦੇ ਉਹਨਾਂ ਨੂੰ ਇੱਥੇ ਇਕੱਠਾ ਕੀਤਾ ਜਾਂਦਾ ਹੈ, ਓਕੇ। ਔਰ ਉਸ ਤੋਂ ਬਾਅਦ ਉਹਨਾਂ ਦੇ ਨਾਲ ਇੰਪੋਰਟੈਂਟ ਜੋ ਹੈ ਨਾ ਪ੍ਰੋਡਕਟ ਬਣਾ ਕੇ ਫਿਰ ਉਹਨਾਂ ਨੂੰ ਮਾਰਕੀਟ ਦੇ ਵਿੱਚ ਸੇਲ ਕੀਤਾ ਜਾਂਦਾ ਹੈ, ਆਲ ਰਾਈਟ। ਔਰ ਕਰਨਾਟਕਾ ਸੈਕਿੰਡ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਜੋ ਕਿ 2021 ਦੇ ਵਿੱਚ ਹੋਣੀ ਹੈ ਉਹਨਾਂ ਨੂੰ ਆਰਗੇਨਾਈਜ਼ ਕਰੂਗਾ। ਇੱਥੇ ਡਿਜੀਟਲ ਇਕੋਨੋਮੀ ਮਿਸ਼ਨ ਜੋ ਆਫਿਸ ਹੈ ਨਾ ਇਹਨੂੰ ਲਾਂਚ ਕੀਤਾ ਗਿਆ ਹੈ, ਓਕੇ। ਔਰ ਲਰਨਿੰਗ ਮੈਨੇਜਮੈਂਟ ਸਿਸਟਮ ਇਹ ਕਰਨਾਟਕਾ ਦੇ ਵਿੱਚ ਲਿਆਂਦਾ ਗਿਆ ਔਰ ਕਰਨਾਟਕਾ ਪਹਿਲੀ ਇਦਾਂ ਦੀ ਸਟੇਟ ਹੈ ਜਿਸ ਦੇ ਵਿੱਚ ਕਿ ਇਦਾਂ ਦਾ ਕੋਈ ਮਿਸ਼ਨ ਆਇਆ ਔਰ ਇਸ ਦੇ ਅੰਡਰ ਨਾ ਮਲਟੀਲਿੰਗੁਅਲ ਡਿਜੀਟਲ ਐਜੂਕੇਸ਼ਨ ਦਿੱਤੀ ਜਾਏਗੀ। ਔਰ ਇਹ ਕਿਹੜੇ ਕਾਲਜਿਸ ਦੇ ਵਿੱਚ ਹੋਏਗੀ? ਸਾਰੇ ਹੀ ਗਵਰਨਮੈਂਟ ਕਾਲਜਿਸ ਦੇ ਸਟੂਡੈਂਟਸ ਨੂੰ ਪ੍ਰੋਵਾਈਡ ਕੀਤੀ ਜਾਣੀ ਹੈ, ਓਕੇ। ਕੁਐਸਚਨ ਨੰਬਰ 7, ਹੂ ਹੈਜ਼ ਬਿਕਮ ਦ ਫਸਟ ਬ੍ਰਾਂਡ ਐਂਬੈਸਡਰ ਆਫ ਹੋਮਲੇਨ? ਤਾਂ ਹੋਮਲੇਨ ਨਾਮ ਦੀ ਜੋ ਕੰਪਨੀ ਹੈ ਇਹਦੇ ਪਹਿਲੇ ਬ੍ਰਾਂਡ ਐਂਬੈਸਡਰ ਕੌਣ ਬਣੇ ਨੇ? ਤਾਂ ਜੋ ਆਪਣੇ ਹੋਮਲੇਨ ਦੇ ਵਿੱਚ ਬਣੇ ਨੇ MS ਧੋਨੀ, ਮਹਿੰਦਰ ਸਿੰਘ ਧੋਨੀ, ਓਕੇ। ਤਾਂ ਹੋਮਲੇਨ ਹੈ ਕਿ ਇੱਕ ਹੋਮ ਇੰਟੀਰੀਅਰ ਬ੍ਰਾਂਡ ਹੈ ਔਰ ਇਹਨੇ ਨਾ 3 ਸਾਲ ਦੇ ਲਈ MS ਧੋਨੀ ਨੂੰ ਆਪਣਾ ਬ੍ਰਾਂਡ ਐਂਬੈਸਡਰ ਬਣਾ ਲਿਆ ਹੋਇਆ ਹੈ। MS ਧੋਨੀ ਨੇ ਇਸ ਕੰਪਨੀ ਦੇ ਵਿੱਚ ਨਾ ਬਣਨ ਵਾਲੇ ਪਹਿਲੇ ਬ੍ਰਾਂਡ ਐਂਬੈਸਡਰ ਹੋਣ ਦਾ ਮਾਣ ਵੀ ਹਾਸਲ ਕੀਤਾ ਹੈ, ਓਕੇ। ਔਰ ਇਸ ਕੰਪਨੀ ਨੇ ਧੋਨੀ ਨੂੰ ਇਕੁਇਟੀ ਪਾਰਟਨਰਸ਼ਿਪ ਵੀ ਸਾਈਨ ਕੀਤੀ ਹੈ, ਯਾਨੀ ਕਿ ਇਹਨਾਂ ਨੇ ਕੁਝ ਇਹਨਾਂ ਦੇ ਸ਼ੇਅਰਸ ਵੀ ਖਰੀਦੇ ਨੇ, ਓਕੇ। ਤਾਂ ਇਹਦਾ ਮਤਲਬ ਕੀ ਹੋਇਆ? ਜੋ ਧੋਨੀ ਹੈਗੇ ਆ ਇਸ ਕੰਪਨੀ ਦੇ ਇਕੁਇਟੀ ਦੇ ਮਾਲਕ ਵੀ ਹੋਣਗੇ, ਨਾਲ ਹੀ ਇਹਨਾਂ ਨੂੰ ਫਿਰ ਬ੍ਰਾਂਡ ਐਂਬੈਸਡਰ ਵੀ ਚੁਣ ਲਿਆ ਗਿਆ, ਓਕੇ। ਔਰ ਇਹ ਦੋਨੋਂ ਮਿਲ ਕੇ ਕਰਨਗੇ ਕੀ? यानी कि धोनी एंड होमलेन ये दोनों जने मिलके जो IPL का न्यू सीजन आएगा उस दे विच एक अभियान के उपर काम कर रहे हैं और इन्होंने बोलिया है कि इस अभियान ना IPL के टाइम ही जारी किया जाएगा, उदों इहदी डिटेल डिस्कस की जानी है। ओके, करंट अगर आप कुछ अपॉइंटमेंट्स देखते हैं तो जो यूरो स्पोर्ट्स इंडिया है इसने अपॉइंट किया जॉन अब्राहम नू अपने मोटो GP ते ब्रांड एंबेसडर। ओके, जूलॉजिकल सर्वे ऑफ इंडिया इन्होंने अपने पहले औरत डायरैक्टर जिन्हों का नाम है डॉक्टर धृति बनर्जी इन्हों हाल ही दे अपॉइंट किया और मिनी आईपे इन्हों अपॉइंट किया गया LIC दे MD वजों। दैन बवेलगिरी नाम की जो इटैलियन ब्रांड है इन्होंने प्रियंका चोपड़ा नू अपना ब्रांड एंबेसडर बनाया। ओके, दीपक दास ये हुण बने अपने नवे कंट्रोलर जनरल ऑफ अकाउंट्स, ठीक है, यानी CGA। क्वेश्चन नंबर 8, which state government has signed memorandum of understanding with Walmart वृद्धि to help MSME? तो केड़ी राज सरकार है जिसने की MSME की सहायता दे लई वॉलमार्ट दे नाल समझौता किया है? तो जो हरियाणा गवर्नमेंट है इन्हें हाल ही दे विच एक समझौता साइन किया है वॉलमार्ट वृद्धि दे नाल। ओके, ताकि MSME की हेल्प कर सकन। MSME मतलब माइक्रो स्मॉल एंड मीडियम एंटरप्राइजेस, राइट, और इस दे विच सारे ही छोटे बिजनेस एंड कंपनीज वगैरह आ जांदियां। इस दे नाल नाल इन्हां ने एक होर भी समझौता साइन किया है जो कि हकदारशक दे नाल साइन किया गया। ओके, तो किस लई जो इंडियन MSME है इन्हां दे प्रोडक्ट्स नूं ना हुणे चाहते हैं कि असीं इंटरनेशनल मार्केट दे विच भी लैके जाइए, ठीक है, ताकि जो मेक इन इंडिया है और जो आत्मनिर्भर भारत है इन्हां दे गोल नूं अचीव किया जा सके। और इस दे नाल नाल तुहानूं पता है कोविड करके की होया है, बहुत ज़्यादा डाउन गया अपना MSME मार्केट
ਇਹਨੂੰ ਵੀ ਹੁਣ ਦੁਬਾਰਾ ਤੋਂ ਬੂਸਟ ਕਰਨ ਦੇ ਲਈ ਵੀ ਇਹ ਵਾਲੇ ਪ੍ਰੋਗਰਾਮ ਨੂੰ ਲਿਆਂਦਾ ਗਿਆ ਹੈ। ਓਕੇ, और ਤੁਹਾਨੂੰ ਪਤਾ ਹੋਏਗਾ जो MSME है ना, ਇਹ ਕਿਸੇ ਵੀ ਕੰਟਰੀ ਜਾਂ ਫਿਰ ਸਟੇਟ ਦੇ ਬਿਜ਼ਨਸ ਦੀ ਨਾ ਰੀੜ ਦੀ ਹੱਡੀ ਹੁੰਦੀ ਹੈ। क्यों? क्योंकि छोटे छोटे जो बिजनेस है ना वो काफ़ी ज़्यादा लार्ज स्केल के ऊपर जॉब क्रिएट करते हैं, यही MSME वाले। ओके, इसे करके अलग अलग जो राज्य सरकार है और जो अपनी सेंट्रल गवर्नमेंट है ये काफ़ी सारी स्कीम्स लैके आती रहती है। ओके, हरियाणा की कैपिटल चंडीगढ़, CM मनोहर लाल खट्टर एंड गवर्नर हो जाएंगे बंडारू दत्तात्रेय। ओके, अगर आप करंट के नाल रिलेट करते हैं तो इत्थे एक एक्ट लिया गया, दैट इज रिकवरी ऑफ डैमेजेस टू प्रॉपर्टी एक्ट। ओके, ਇਹਨੂੰ किस लिए लिया गया कि अगर इस स्टेट ਦੇ ਵਿੱਚ कोई भी प्रोटेस्ट ਹੁੰਦਾ और उस दे दौरान अगर पब्लिक प्रॉपर्टी ਨੂੰ ਕਿਸੇ भी तरह ਦਾ कोई भी नुकसान ਹੁੰਦਾ ਤਾਂ ਫਿਰ ਇਹ ਸਾਰੀ ਦੀ ਸਾਰੀ ਰਿਕਵਰੀ ਕਿੰਨਾ ਕੋਲੋਂ ਕੀਤੀ ਜਾਏਗੀ? ਪ੍ਰੋਟੈਸਟਰਸ ਕੋਲੋਂ। ਓਕੇ, ਇੱਥੇ ਹੀ ਆਈ ਇੱਕ ਸੰਜੀਵਨੀ परियोजना, ਇਹਨੂੰ किस लिए स्टार्ट ਕੀਤਾ ਗਿਆ ਤਾਂ ਕਿ ਨਾ ਇੱਥੇ ਕੁਇਕ ਮੈਡੀਕਲ ਕੇਅਰ ਦਿੱਤੀ ਜਾ ਸਕੇ ਘਰਾਂ ਦੇ ਵਿੱਚ ਹੀ। ਓਕੇ, ਕਿਹੜੇ ਪੇਸ਼ੈਂਟਸ ਨੂੰ? ਜਿਹੜੇ ਕਿ ਬਹੁਤ ਹੀ ਮਾਈਲਡ ਜੇ ਸਿੰਪਟਮ ਰੱਖਦੇ ਆ COVID-19 ਦੇ, और इनू स्पैशली रूरल खेतरां दे लई शुरू किया गया, यानी कि पेंडू इलाकों के लिए। ओके, हरियाणा ने 2000 रिटेल आउटलेट जो है इन्हों स्टार्ट किया कोऑपरेटिव के अंडर। इन्हों किस लिए शुरू किया गया ताकि इत्थे दे जिहड़े यंगस्टर्स हैगे आ उन्होंने अपने बिजनेस स्टार्ट करने के लिए एनकरेज किया जा सके। और ये वाले आउटलैट्स इत्थे दे एक नवी ब्रांड है जिसका नाम है हरित। ओके, इहदे लई ही स्टार्ट किए गए हैं। और इस हरित जो ब्रांड है इस दे अंडर होएगा कि इस स्टेट दे विच अपनी खुद दियां जिन्नियां भी ब्रांड्स होणगियां उन्हां नूं पंप अप किया जाएगा, एनकरेज किया जाएगा। ओके, क्वेश्चन नंबर 9, अनुपम श्याम पास्ड अवे रीसेंटली, ही वाज फ्रॉम विच फील्ड? अनुपम श्याम दा हाल ही दे विच निधन होया, ये किहड़े खेतर दे नाल संबंध रखदे सी? तां देखो जो दिग्गज अभिनेता यानी कि एक्टर अनुपम श्याम दा निधन हो गया। ओके, इन्हां दा एक बहुत ही फेमस टीवी शो है जिसका नाम सीगा मन की आवाज़ प्रतिज्ञा। ओके, ਇਹਦੇ ਵਿੱਚ ਜੋ ਇਹਨਾਂ ਨੇ ਰੋਲ ਨਿਭਾਇਆ ਉਸ ਦੇ ਲਈ ਬਹੁਤ ਜ਼ਿਆਦਾ ਹੀ ਫੇਮਸ ਹੋਏ ਨੇ। ਇਸ ਦੇ ਨਾਲ ਸਲਮਡੌਗ ਮਿਲੀਨੀਅਰ ਐਂਡ ਬੈਂਡਿਡ ਕੁਈਨਸ ਵਰਗੀਆਂ ਜੋ ਮੂਵੀਜ਼ ਹੈ ਇਹਦੇ ਵਿੱਚ ਵੀ ਇਹਨਾਂ ਦੇ ਵੱਲੋਂ ਕੀਤੇ ਜਾਣ ਵਾਲੇ ਕੰਮ ਕਰਕੇ ਇਹਨਾਂ ਨੂੰ ਜਾਣਿਆ ਜਾਂਦਾ ਹੈ। ਔਰ ਇਹਨਾਂ ਦਾ ਜੋ ਇਹ ਸੀਰੀਅਲ ਹੈ ਨਾ ਮਨ ਕੀ ਆਵਾਜ਼ ਪ੍ਰਤੀਗਿਆ, ਇਸ ਦੇ ਵਿੱਚ ਇਹਨਾਂ ਨੇ ਰੋਲ ਨਿਭਾਇਆ ਸੀ ਠਾਕੁਰ ਸੱਜਣ ਸਿੰਘ ਦਾ। ਓਕੇ, ਇਸੇ ਕਰਕੇ ਇਹਨਾਂ ਨੂੰ 2009 ਦੇ ਵਿੱਚ ਕ੍ਰਿਟੀਕਲ ਐਕਲੇਮ ਦਾ ਅਵਾਰਡ ਮਿਲਿਆ। ਇਹ ਉਹ ਵਾਲਾ ਅਵਾਰਡ ਹੁੰਦਾ ਹੈ ਜਿਸ ਦੇ ਵਿੱਚ ਕਿ ਐਕਸੈਪਸ਼ਨਲੀ ਗੁੱਡ ਰਿਵਿਊਜ਼ ਦਿੱਤੇ ਜਾਂਦੇ ਆ किसी भी एक्टर या एक्ट्रेस नू। ओके, अगर आप करंट दे विच होईयां कुछ डेथ्स नू देखते हैं तो केरला दे बहुत ही जो फेमस कार्टूनिस्ट जिन्हां दा नाम है PS बनर्जी, इन्हां दी हाल ही दे विच डेथ हुई है। और ओलंपिक खेड चुके फुटबॉलर SS बाबू नारायण, इन्हां दी भी डेथ हुई। पद्मश्री जिन्हां नू मिल चुके हैं, इन्हां दा नाम की है पद्मा सचदेव, इन्हां दी भी डेथ हो गई। दैन वर्ल्ड मास्टर्स गोल्ड मैडल विनर जिन्हां दा नाम है मानकोर, इन्हां दी विच भी हफ्ते दे विच ही डेथ हुई है। आफ्टर दैट बैडमिंटन के लैजेंड नंदू नातिकर जिन्होंने कि अर्जुन अवार्ड भी मिल चुका है, ये भी इस दुनिया को अलविदा बोल गए। और नैशनल अवार्ड मिल चुके एक्ट्रेस जिन्हों का नाम है सुरेखा सिकरी, इन्हों की हाल ही दे विच डेथ हुई है। और 1983 के विच जो वर्ल्ड कप होया सी ना उनकी विनिंग टीम के पार्ट रह चुके हैं क्रिकेटर यशपाल शर्मा, इन्हों की विच ही डेथ हुई है। ओके, और जो पटवारी का तुहानूं पता एग्जाम होया 8th नूं, ਇਹਦੇ ਵਿੱਚ ਤੁਹਾਨੂੰ ਅਬੇਚਰੀ ਦੇ ਨਾਲ ਰਿਲੇਟਡ ਹੀ ਕੁਐਸਚਨ ਆਇਆ ਸੀ, ਰਾਈਟ, ਇਰਫਾਨ ਖਾਨ ਜੀ ਵਾਲਾ। ਇਸ ਲਈ ਇਹਨਾਂ ਨੂੰ ਲਾਈਟਲੀ ਨਾ ਲਿਆ ਕਰੋ ਇਹ ਵਾਲੇ ਕੁਐਸਚਨਸ ਨੂੰ ਵੀ। ਓਕੇ, ਕੁਐਸਚਨ ਨੰਬਰ 10, ਹੂ ਇਜ਼ ਦ ਕੈਬਨਿਟ ਸੈਕਟਰੀ whose term has been extended for 1 year by government of India? ਤਾਂ ਕੈਬਨਿਟ ਸਕੱਤਰ ਜਿਨ੍ਹਾਂ ਦਾ ਹਾਲ ਹੀ ਦੇ ਵਿੱਚ ਕਾਰਜਕਾਲ 1 ਸਾਲ ਦੇ ਲਈ ਵਧਾਇਆ ਗਿਆ, ਆਪਾਂ ਇੱਥੇ ਉਹਨਾਂ ਦਾ ਨਾਮ ਦੱਸਣਾ ਹੈ। ਓਕੇ, ਤਾਂ ਇਹ ਹੋ ਜਾਣਗੇ ਰਾਜੀਵ ਗੌਬਾ। ਓਕੇ, ਤਾਂ ਜੋ ਕੈਬਨਿਟ ਦੀ ਅਪਾਇੰਟਮੈਂਟ ਕਮੇਟੀ ਹੈ ਇਹਨਾਂ ਨੇ ਹੀ ਇੰਡੀਆ ਦੇ ਕੈਬਨਿਟ ਸੈਕਟਰੀ ਦੇ ਤੌਰ ਦੇ ਉੱਪਰ ਰਾਜੀਵ ਗਾਬਾ ਦਾ ਟੈਨਿਓਰ 1 ਸਾਲ ਦੇ ਲਈ ਹੋਰ ਵਧਾ ਦਿੱਤਾ ਹੈ। ਝਾਰਖੰਡ ਦੇ ਜੇ ਬੈਚ ਦੇ 1982 ਦੇ IAS ਆਫੀਸਰ ਨੇ। ਓਕੇ, ਇਹਨਾਂ ਨੂੰ 2019 ਦੇ ਵਿੱਚ 2 ਸਾਲ ਦੇ ਲਈ ਚੁਣਿਆ ਗਿਆ ਸੀਗਾ ਇੰਡੀਆ ਦੀ ਟੌਪ ਬਿਊਰੋਕ੍ਰੈਟਿਕ ਪੋਸਟ ਦੇ ਲਈ। ਓਕੇ, ਔਰ ਅਗਰ ਆਪਾਂ ਦੇਖਦੇ ਹਾਂ ਇਹਨਾਂ ਦਾ ਕਾਰਜਕਾਲ ਖਤਮ ਕਦੋਂ ਹੋਣਾ ਸੀ? 30th of August 2021 ਦੇ ਵਿੱਚ। ਓਕੇ, ਜਿਸ ਨੂੰ ਕਿ ਹੁਣ 1 ਸਾਲ ਦੇ ਲਈ ਐਕਸਟੈਂਡ ਕਰ ਦਿੱਤਾ ਗਿਆ। इस तो पहला जो गौबा है ये यूनियन होम सैकटरी भी रह चुके हैं। और जम्मू कश्मीर का तुहानूं पता है हाल ही दे विच होई सी रीऑर्गेनाइजेशन, राइट, और उस रीऑर्गेनाइजेशन दे विच इन्हां ने बहुत ही इंपॉर्टेंट रोल प्ले किया सी जिस करके इन्हां नूं जानिया जांदा है। और इहदे अधीन होया कि सी जो जम्मू एंड कश्मीर है इनू 2 UTs दे विच वंड दिता गया सी, राइट, और इनू जो स्पैशल स्टेटस मिलिया होया सी ना उन्होंने भी खत्म किया गया। और इस दे विच जो धारा हैगी है 370
ਇਹਨੂੰ ਵੀ ਐਸ ਆਰਟੀਕਲ ਨੂੰਵਿਆਂ ਦੇ ਵਿੱਚ ਖਤਮ ਕਰ ਦਿੱਤਾ ਗਿਆ ਸੀ, ਰਾਈਟ। ਕਰੰਟ ਦੇ ਨਾਲ ਰਿਲੇਟ ਕਰਦੇ ਹਾਂ ਜੰਮੂ ਕਸ਼ਮੀਰ ਦੇ, ਤਾਂ ਇੱਥੇ ਜੋ ਵਰਲਡ ਦਾ ਸਭ ਤੋਂ ਹਾਈਐਸਟ ਬ੍ਰਿਜ ਜਿਸ ਦਾ ਨਾਮ ਹੈ ਚੇਨਾਬ ਬ੍ਰਿਜ, ਇਸ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਦੈਨ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਡਿਪਾਰਟਮੈਂਟ ਜੋ ਹੈ ਇੱਥੇ ਸੈਟਅਪ ਕੀਤਾ ਜਾਏਗਾ, ਓਕੇ। ਕਿਸ ਲਈ ਕੀਤਾ ਜਾਣਾ ਹੈ? ਤਾਂ ਕਿ ਜੋ ਇੱਥੇ ਦਾ ਅਰਬਨ ਏਰੀਆ ਹੈ ਉਹਨਾਂ ਨੂੰ ਡਿਵੈਲਪ ਕੀਤਾ ਜਾ ਸਕੇ, ਓਕੇ। ਔਰ ਇਸ ਦੇ ਨਾਲ ਨਾਲ ਇੱਥੇ ਦੇ ਜੋ ਗੁੱਚੀ ਮਸ਼ਰੂਮ ਹੈ ਇਹਨੂੰ ਮਿਲਿਆ GI ਟੈਗ। ਔਰ J&K ਬਾਇਓਡਾਇਵਰਸਿਟੀ ਕਾਉਂਸਿਲ, ਇਸ ਨੂੰ ਵੀ ਇੱਥੇ ਹੀ ਐਸਟੈਬਲਿਸ਼ ਕੀਤਾ ਜਾਣਾ ਹੈ। ਔਰ ਇਸ ਦੇ ਵਿੱਚ ਟੋਟਲ ਨਾ 10 ਮੈਂਬਰ ਹੋਣਗੇ, ਓਕੇ। ਔਰ ਇਹ ਕੀ ਕਰਨਗੇ? ਇਹ ਨਾ ਪੀਪਲ ਬਾਇਓਡਾਇਵਰਸਿਟੀ ਰਜਿਸਟਰ ਯਾਨੀ ਕਿ PBR ਇਹਨੂੰ ਮੇਨਟੇਨ ਕਰਨਗੇ। ਔਰ ਇੱਥੇ ਵਿੱਚ ਨਾ ਇਹ ਜਿੰਨੇ ਵੀ ਲੋਕਲ ਗਵਰਨੈਂਸ ਬੋਡੀਜ਼ ਦੇ ਰਿਪਰੈਜ਼ੈਂਟੇਟਿਵਸ ਹੁੰਦੇ ਆ ਉਹਨਾਂ ਦੀ ਵੀ ਹੈਲਪ ਲੈਣਗੇ, ਓਕੇ। CPEC ਯਾਨੀ ਕਿ ਚਾਈਨਾ ਪਾਕਿਸਤਾਨ ਇਕੋਨੋਮਿਕ ਕੋਰੀਡੋਰ, ਇਹਨੂੰ ਵੀ ਬਣਾਇਆ ਜਾ ਰਿਹਾ ਹੈ ਜੰਮੂ ਐਂਡ ਕਸ਼ਮੀਰ ਦੇ ਬਿਲਕੁਲ ਨਾਲ ਵਾਲੇ ਏਰੀਆ ਦੇ ਵਿੱਚ, ਜਿਸ ਦੇ ਨਾਲ ਚਾਈਨਾ ਨੂੰ ਪਾਕਿਸਤਾਨ ਦੇ ਨਾਲ ਜੋੜਿਆ ਗਿਆ ਹੈ, ਓਕੇ। ਇਹ ਸਾਰੇ ਹੀ ਇੰਪੋਰਟੈਂਟ ਫੈਕਟਸ ਨੂੰ ਤੁਸੀਂ ਯਾਦ ਰੱਖਣਾ ਹੈ। ਤਾਂ ਇਹ ਸੀ ਅੱਜ ਦਾ ਸੈਸ਼ਨ ਜਿਸ ਦੇ ਵਿੱਚ ਆਪਾਂ 9th ਐਂਡ 10th ਆਫ ਅਗਸਤ 2021 ਦੇ ਸਾਰੇ ਹੀ ਕਰੰਟ ਅਫੇਅਰ ਨੂੰ ਡਿਸਕਸ ਕੀਤਾ। ਅਗਰ ਤੁਹਾਨੂੰ ਇਹ ਵਾਲੇ ਸੈਸ਼ਨ ਹੈਲਪਫੁਲ ਲੱਗ ਰਿਹਾ ਹੈ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ, ਓਕੇ। ਤਾਂ ਫਿਰ ਮਿਲਾਂਗੇ ਆਪਾਂ ਕੱਲ ਦੇ ਸੈਸ਼ਨ ਦੇ ਵਿੱਚ। ਟਿਲ ਦੈਨ ਕੀਪ ਸਟੱਡਿੰਗ, ਟੇਕ ਕੇਅਰ, ਬਾਏ ਬਾਏ।